जी आਇਆਂ ਨੂੰ प्यारे विद्यार्थियों सीनियर सैकेंडरी क्लासेस अर्थात 11वीं ਅਤੇ 12ਵੀਂ ਦੀ ਇੰਗਲਿਸ਼ ਦੀ ਕਿਤਾਬ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 19 ਅਨਸੀਨ ਕੰਪਰੀਹੈਂਸ਼ਨ ਉਸ ਦਾ ਪੈਰਾਗ੍ਰਾਫ ਨੰਬਰ 7 ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਸੋ ਨੋਟਬੁੱਕ ਅਤੇ ਪੈਨ ਲੈ ਲਓ ਤੇ ਜਿਹੜੇ ਨਵੇਂ ਸ਼ਬਦ ਆਣਗੇ ਉਹਨਾਂ ਦੇ ਅੱਖਰ ਜਾਂ ਜਿਹੜੇ ਸ਼ਬਦ ਜੋੜ ਹੋਣਗੇ ਉਹਨਾਂ ਦੇ ਮਲਕੀ ਅਰਥ ਉਹ ਤੁਸੀਂ ਨਾਲ ਦੇ ਨਾਲ ਨੋਟ ਕਰਦੇ ਜਾਣੇ ਨੇ ਤੇ ਜਿਹੜੀ ਟਰਾਂਸਲੇਸ਼ਨ ਐਕਸਪਲੇਨੇਸ਼ਨ ਹੋਏਗੀ ਉਹਨੂੰ ਬੜੇ ਧਿਆਨ ਦੇ ਨਾਲ ਸੁਣਨਾ ਹੈ ਤਾਂ ਕਿ ਜਿਹੜੇ ਦਿੱਤੇ ਹੋਏ ਸਵਾਲ ਨੇ ਉਹਨਾਂ ਦਾ ਜਵਾਬ ਸੌਖੇ ਢੰਗ ਦੇ ਨਾਲ ਦਿੱਤਾ ਜਾ ਸਕੇ। ਸੋ ਦੇਖੀਏ, ਰੀਡ ਦੀ ਫੋਲੋਇੰਗ ਪੈਸੇਜ ਐਂਡ ਆਨਸਰ ਦੀ ਕੁਐਸਚਨਸ ਗਿਵਨ ਬਿਲੋ। ਹੇਠ ਲਿਖਿਆ ਪੈਰਾਗ੍ਰਾਫ ਪੜ੍ਹੋ ਅਤੇ ਥੱਲੇ ਦਿੱਤੇ ਸਵਾਲਾਂ ਦੇ ਜਵਾਬ ਦਿਓ। ਬ੍ਰੇਨ ਡਰੇਨ, ਇਹ ਬੱਚਿਓ ਇੱਕ ਮੁਹਾਵਰਾ ਹੈ। ਬ੍ਰੇਨ ਡਰੇਨ, ਡਰੇਨ ਦਾ ਮਤਲਬ ਹੁੰਦਾ ਨਾਲੀ ਜਾਂ ਪਾਣੀ ਦਾ ਵਗਣਾ, ਤੇ ਬ੍ਰੇਨ ਡਰੇਨ ਦਾ ਮਤਲਬ ਕੀ ਹੋ ਗਿਆ? ਦਿਮਾਗ ਦਾ ਵਗਣਾ। ਇਹ ਤਾਂ ਹੈਗੇ ਅੱਖਰੀ ਅਰਥ, ਪਰ ਭਾਵ ਅਰਥ ਕੀ ਹੈਗਾ? ਵੀ ਪੜ੍ਹੇ ਲਿਖੇ ਹੁਨਰਮੰਦ ਲੋਕ ਇੱਕ ਥਾਂ ਤੋਂ ਦੂਜੀ ਥਾਂ ਚਲੇ ਜਾਣਾ, ਇੱਕ ਦੇਸ਼ ਤੋਂ ਦੂਜੇ ਦੇਸ਼ ਚਲੇ ਜਾਣਾ। ਬ੍ਰੇਨ ਡਰੇਨ ਅਰਥਾਤ ਜਿਹੜਾ ਦਿਮਾਗ ਸੀਗਾ ਉਹ ਡਰੇਨ ਹੋ ਗਿਆ, ਵਗ ਕੇ ਚਲਾ ਗਿਆ, ਉੱਡ ਕੇ ਚਲਾ ਗਿਆ। ਕਿੱਥੇ ਚਲਾ ਗਿਆ? ਦੂਜੇ ਦੇਸ਼ ਵਿੱਚ ਚਲਾ ਗਿਆ। ਅਰਥਾਤ ਡਾਕਟਰੀ ਇੱਥੇ ਕੀਤੀ, 5 ਸਾਲ MBBS ਕੀਤੀ, 2 ਸਾਲ MD ਕੀਤੀ, 7 ਸਾਲ ਵਿੱਚ ਡਾਕਟਰ ਤਿਆਰ ਹੋਇਆ ਇੱਕ ਦੇਸ਼ ਵਿੱਚ, ਪਰ ਉਹ ਹਸਪਤਾਲ ਜਾ ਕੇ ਨੌਕਰੀ ਕਿੱਥੇ ਕਰਨ ਲੱਗ ਗਿਆ? ਦੂਜੇ ਦੇਸ਼ ਵਿੱਚ ਜਾ ਕੇ। ਇਸੇ ਤਰ੍ਹਾਂ ਕਿਸੇ ਨੇ ਟ੍ਰੇਨਿੰਗ ਲਿੱਤੀ, ਇੰਜੀਨੀਅਰ ਬਣਿਆ ਬੜਾ ਵਧੀਆ, ਤੇ ਇੰਜੀਨੀਅਰ ਬਣਨ ਤੋਂ ਬਾਅਦ ਕਿੱਥੇ ਚਲਾ ਗਿਆ? ਦੂਸਰੇ ਦੇਸ਼ ਵਿੱਚ ਚਲਾ ਗਿਆ। ਜਾਂ ਕੋਈ ਪ੍ਰੋਫੈਸਰ ਬਣਿਆ, ਉਹ ਕਿੱਥੇ ਚਲਾ ਗਿਆ? ਬਾਹਰ ਚਲਾ ਗਿਆ। ਇਕਨੋਮਿਸਟ ਬਣਿਆ, ਕਿੱਥੇ ਬਣਿਆ ਇੱਕ ਥਾਂ ਤੇ, ਉੱਥੋਂ ਦੀ ਦੂਜੇ ਥਾਂ ਚਲਾ ਗਿਆ। ਅਰਥਾਤ ਬ੍ਰੇਨ ਡਰੇਨ, ਜਿਵੇਂ ਅਸੀਂ ਕਹਿੰਦੇ ਪਾਣੀ ਵਗ ਕੇ ਇੱਕ ਥਾਂ ਤੋਂ ਦੂਜੇ ਥਾਂ ਚਲਾ ਗਿਆ। ਸੋ ਬ੍ਰੇਨ ਡਰੇਨ ਦਾ ਮਤਲਬ ਹੈ ਪੜ੍ਹੇ ਲਿਖੇ ਤੇ ਤਕਨੀਕੀ ਤੌਰ ਤੇ ਜਿਹੜੇ ਬੰਦੇ ਹੁਨਰਮੰਦ ਨੇ, ਸੰਪੰਨ ਨੇ, ਮਤਲਬ ਕਿ ਨਿਪੁੰਨ ਨੇ, ਉਹਨਾਂ ਦਾ ਇੱਕ ਥਾਂ ਤੋਂ ਦੂਜੀ ਥਾਂ ਵੱਡੀ ਗਿਣਤੀ ਜਾ ਕੇ ਵਸ ਜਾਣਾ, ਉਹਨੂੰ ਕਿਹਾ ਜਾਂਦਾ ਬ੍ਰੇਨ ਡਰੇਨ। ਤੇ ਜਿੱਥੋਂ ਦੀ ਗਏ ਨੇ ਉੱਥੇ ਉਹਨਾਂ ਦਾ ਘਟ ਜਾਣਾ, ਇਸ ਚੀਜ਼ ਨੂੰ ਕਿਹਾ ਜਾਂਦਾ ਬ੍ਰੇਨ ਡਰੇਨ। ਸੋ ਬ੍ਰੇਨ ਡਰੇਨ ਆਲਸੋ ਰੈਫਰ ਟੂ ਐਜ਼ ਹਿਊਮਨ ਕੈਪੀਟਲ ਫਲਾਈਟ। ਫਲਾਈਟ ਮੈਨੇ ਉਡਾਨ, ਕੈਪੀਟਲ ਮੈਨੇ ਸਰਮਾਇਆ। ਇੱਕ ਤੇ ਸਰਮਾਇਆ ਹੁੰਦਾ ਹੈ ਸੋਨਾ ਚਾਂਦੀ, ਕਰੰਸੀ ਦੇ ਨੋਟ। ਇੱਕ ਹੈ ਹਿਊਮਨ, ਹਿਊਮਨ ਮੈਨੇ ਮਨੁੱਖੀ ਸਰਮਾਏ ਦੀ ਉਡਾਰੀ। ਮਨੁੱਖੀ ਸਰਮਾਇਆ ਕਿੱਦਾਂ? ਬਈ ਮਨੁੱਖ ਦੇ ਵਿੱਚ ਦਿਮਾਗ ਹੈਗਾ, ਤੇ ਉਹ ਦਿਮਾਗ ਵਿੱਚ ਪ੍ਰੋਫੈਸਰੀ ਹੈਗੀ ਹੈ, ਡਾਕਟਰੀ ਹੈਗੀ ਹੈ, ਇੰਜੀਨੀਅਰਿੰਗ ਹੈਗੀ ਹੈ, ਹੈ ਨਾ, ਆਈਡੀਆਜ਼ ਹੈਗੇ ਨੇ, ਪੜ੍ਹਾਈ ਲਿਖਾਈ ਹੈਗੀ ਹੈ। ਸੋ ਜਿਹੜੇ ਬੰਦਾ ਜਾਂਦਾ ਉਹਦਾ ਦਿਮਾਗ ਵੀ ਨਾਲ ਚੱਲ ਜਾਂਦਾ ਹੈ। ਸੋ ਇਹਨੂੰ ਅਸੀਂ ਕਹਿੰਦੇ ਹਾਂ ਹਿਊਮਨ ਕੈਪੀਟਲ ਫਲਾਈਟ, ਅਰਥਾਤ ਮਨੁੱਖੀ ਸਰਮਾਏ ਦੀ ਉਡਾਨ, ਮਨੁੱਖੀ ਸਰਮਾਏ ਦਾ ਉੱਡ ਜਾਣਾ। ਇਹਦਾ ਇੱਕ ਦੂਜਾ ਨਾਂ ਇਹ ਵੀ ਹੈ, ਇੱਕ ਹੈ ਬ੍ਰੇਨ ਡਰੇਨ, ਦੂਜਾ ਹੈ ਹਿਊਮਨ ਕੈਪੀਟਲ ਫਲਾਈਟ। ਇਸ ਦੀ ਐਕਸ਼ਨ, ਇਹ ਉਹ ਵਰਤਾਰਾ ਹੈ, ਉਹ ਕਿਰਿਆ ਹੈ ਕਾਦੀ? of having highly skilled मैंने बड़े ज़बरदस्त हुनरमंद, skilled मैंने हुनरमंद, and educated पढ़े लिखे people लोग। हुनरमंद बहुत वड्डी पद्धर ते बड़े चंगे हुनरमंद ਅਤੇ पढ़े लिखे लोग leaving their country अपने देश ਨੂੰ ਛੱਡਣਾ, to work abroad, abroad ਹੁੰਦਾ ਹੈ foreign country, ਵਿਦੇਸ਼ ਵਿੱਚ ਜਾ ਕੇ ਕੰਮ ਕਰਨਾ। ਪੜ੍ਹੇ ਲਿਖੇ ਹੁਨਰਮੰਦ ਲੋਕਾਂ ਦਾ ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ ਵਿੱਚ ਕੰਮ ਕਰਨ ਦੀ ਕਿਰਿਆ ਨੂੰ ਕਿਹਾ ਜਾਂਦਾ ਹੈ ਬ੍ਰੇਨ ਡਰੇਨ ਜਾਂ ਹਿਊਮਨ ਕੈਪੀਟਲ ਫਲਾਈਟ। ਠੀਕ ਹੈ ਬੱਚਿਓ, ਅੱਗੇ ਚਲੀਏ। ਇਟ ਹੈਜ਼ ਐਕਚੁਅਲੀ ਬਿਕਮ वन ऑफ द सीरियस कंसर्न्स मैंने चिंता, सीरियस मैंने गंभीर, वन ऑफ द सीरियस कंसर्न्स अर्थात गंभीर चिंतावां दे विषयां दा एक बन चुका है। इट हैज़ ब्रेन ड्रेन जड़ा है ਉਹ ਕਿਹਨਾਂ ਵਾਸਤੇ? ਫॉर ਦੀ ਡਿਵੈਲਪਿੰਗ ਕੰਟਰੀਜ਼, ਜਿਹੜੇ ਦੇਸ਼ ਹਾਲੇ ਵਿਕਾਸ ਕਰ ਰਹੇ ਨੇ, ਥਰਡ ਵਰਲਡ ਕੰਟਰੀਜ਼, ਹਾਲੇ ਵਿਕਸਿਤ ਨਹੀਂ ਹੋਏ, ਹਾਲੇ ਯੂਰਪ ਦੇ ਪੱਧਰ ਤੇ ਨਹੀਂ ਪਹੁੰਚੇ, ਜਾਪਾਨ, ਸਿੰਗਾਪੁਰ, ਕੋਰੀਆ ਦੀ ਪੱਧਰ ਤੇ ਨਹੀਂ ਪਹੁੰਚੇ, ਯੂਰਪ, ਅਮਰੀਕਾ, ਕੈਨੇਡਾ ਦੀ ਪੱਧਰ ਤੇ ਨਹੀਂ ਪਹੁੰਚੇ। ਹਾਲੇ ਉੱਥੇ ਭੁੱਖਮਰੀ ਹੈ, ਗਰੀਬੀ ਹੈ, ਜੌਂਡਿਸ ਹੈ, ਬੇਰੁਜ਼ਗਾਰੀ ਹੈ, ਹਾਲੇ ਤਰੱਕੀ ਨਹੀਂ ਹੋਈ ਪੂਰੀ ਤਰ੍ਹਾਂ। ਠੀਕ ਹੈ, ਹਾਲੇ ਲੋਕੀ ਬਿਲੋ ਪਾਵਰਟੀ, ਗਰੀਬੀ ਰੇਖਾ ਤੋਂ ਬਹੁਤ ਵੱਡੀ ਗਿਣਤੀ 'ਚ ਥੱਲੇ ਨੇ, ਜਿਵੇਂ ਕਿ ਸਾਡਾ ਦੇਸ਼ ਹੈ। ਡਿਵੈਲਪਿੰਗ ਨੇਸ਼ਨਸ ਅਰਥਾਤ ਵਿਕਾਸ ਕਰਦੇ ਦੇਸ਼ਾਂ ਲਈ ਇਹ ਜਿਹੜਾ ਬ੍ਰੇਨ ਡਰੇਨ ਹੈ, ਇਹ ਚਿੰਤਾਵਾਂ ਦੇ ਵਿਸ਼ਿਆਂ 'ਚੋਂ, ਗੰਭੀਰ ਚਿੰਤਾਵਾਂ ਦੇ ਵਿਸ਼ਿਆਂ 'ਚੋਂ ਇੱਕ ਵਿਸ਼ਾ ਬਣ ਚੁੱਕਾ ਹੈ। ਮਤਲਬ ਕਿ ਜਿਹੜੇ ਵਿਕਾਸ ਕਰਦੇ ਦੇਸ਼ ਨੇ ਉਹਨਾਂ ਦੇ ਕਈ ਮਸਲੇ ਹੁੰਦੇ ਨੇ, ਭੁੱਖਮਰੀ ਹੈ, ਅਪਰਾਧ ਹੈ,
ਜੌਂਡਿਸ ਹੈ, ਟੀਬੀ ਹੈ, ਬਿਮਾਰੀਆਂ ਨੇ, ਹੈਲਥ ਹੈਗੀ, ਕਈ ਮਸਲੇ ਹੁੰਦੇ ਨੇ। ਪਰ ਕਹਿੰਦੇ ਬ੍ਰੇਨ ਡਰੇਨ ਵੀ ਇੱਕ ਉਹਨਾਂ ਦੇ ਗੰਭੀਰ ਮਸਲਿਆਂ ਚੋਂ ਇੱਕ ਮਸਲਾ ਹੁਣ ਬਣ ਚੁੱਕਾ ਹੈ, ਕਿਉਂਕਿ ਬੜੇ ਲੋਕ ਐਸੇ ਨੇ ਜਿਹੜੇ ਵਿਕਾਸ ਕਰਦੇ ਦੇਸ਼ਾਂ ਵਿੱਚ ਪੜ੍ਹਦੇ ਲਿਖਦੇ ਨੇ, ਮਿਹਨਤੀ ਹੁੰਦੇ ਨੇ, ਪੜ੍ਹ ਲਿਖ ਕੇ ਉਹ ਹੁਨਰਮੰਦ ਬਣਦੇ ਨੇ, ਜਾਗਰੂਕ ਬਣਦੇ ਨੇ, ਸਿਆਣੇ ਬਣਦੇ ਨੇ, ਤੇ ਉਹ ਫਿਰ ਕਰਦੇ ਕੀ ਨੇ, ਜਿੱਲੇ ਉਹ ਤਿਆਰ ਹੋ ਜਾਂਦੇ ਨੇ, ਟ੍ਰੇਨਡ ਹੋ ਜਾਂਦੇ ਨੇ, ਉਹ ਫਲਾਈਟ ਫੜ ਕੇ ਅਮਰੀਕਾ, ਕੈਨੇਡਾ, ਜਰਮਨੀ ਜਾਂ ਇਟਲੀ ਹੋਰ ਦੇਸ਼ਾਂ ਵਿੱਚ ਚਲੇ ਜਾਂਦੇ ਨੇ, ਤੇ ਉਹਨਾਂ ਦਾ ਜਿਹੜਾ ਉਹਨਾਂ ਦੀ ਇਕੋਨਮੀ ਹੈ, ਉਹਨਾਂ ਦੇ ਦੇਸ਼ ਵਿੱਚ ਜਾ ਕੇ ਆਪਣਾ ਯੋਗਦਾਨ ਪਾਉਂਦੇ ਨੇ। ਅਰਥਾਤ ਟ੍ਰੇਨਿੰਗ ਇੱਥੋਂ ਲੈ ਕੇ ਜਾਂਦੇ ਨੇ ਗਰੀਬ ਦੇਸ਼ ਵਿੱਚੋਂ, ਪਰ ਅਮੀਰ ਦੇਸ਼ਾਂ ਨੂੰ ਹੋਰ ਅਮੀਰ ਕਰਦੇ ਨੇ ਆਪਣਾ ਯੋਗਦਾਨ ਪਾ ਕੇ। ਕਹਿੰਦੇ ਵਾਈਲ ਮੈਨੀ ਪੀਪਲ ਬਿਲੀਵ, ਕਹਿੰਦੇ ਭਾਵੇਂ ਬਹੁਤ ਸਾਰੇ ਲੋਕ ਇਹ ਵਿਸ਼ਵਾਸ ਕਰਦੇ ਹਨ ਦੈਟ ਕਿ ਇਮੀਗ੍ਰੇਸ਼ਨ ਹੁੰਦਾ ਬੱਚਿਓ ਇੱਕ ਦੇਸ਼ ਤੋਂ ਦੂਜੇ ਦੇਸ਼ ਜਾ ਕੇ ਵਸਣ ਦੀ ਕਿਰਿਆ, ਹਿਜਰਤ ਕਰਨੀ, ਆਵਾਸ ਕਰਨਾ, ਜਿਹਨੂੰ ਅਸੀਂ ਪ੍ਰਵਾਸੀ ਕਹਿੰਦੇ ਨੇ, ਮਾਈਗ੍ਰੈਂਟਸ। ਸੋ ਟੂ ਮਾਈਗ੍ਰੇਟ ਮਤਲਬ ਕਿ ਉਹ ਕਹਿੰਦੇ ਨੇ ਜਿਹੜੀ ਕਿਰਿਆ ਉਹਨੂੰ ਕਹਿੰਦੇ ਇਮੀਗ੍ਰੇਸ਼ਨ ਦਾ ਮਤਲਬ ਹੈ ਇੱਕ ਦੇਸ਼ ਤੋਂ ਜਾ ਕੇ ਦੂਜੇ ਦੇਸ਼ ਵਿੱਚ ਜਾ ਕੇ ਵਸ ਜਾਣਾ। ਇਸ ਕਿਰਿਆ ਨੂੰ ਕਹਿੰਦੇ ਇਜ਼ ਅ ਪਰਸਨਲ ਚੋਇਸ। ਕਹਿੰਦੇ ਕਈ ਲੋਕ ਤਾਂ ਕਹਿੰਦੇ ਨੇ ਦੇਖੋ ਜੀ ਇਹ ਤੇ ਨਿੱਜੀ ਚੋਣ ਹੈ, ਬੰਦੇ ਦੀ ਮਰਜ਼ੀ ਹੈ, ਉਹਨੂੰ ਹੱਕ ਹੈਗਾ ਉਹ ਜਿੱਥੇ ਮਰਜ਼ੀ ਜਾ ਕੇ ਰਵੇ, ਇਹ ਤੇ ਸੰਵਿਧਾਨ ਵਿੱਚ ਵੀ ਲਿਖਿਆ ਹੈ ਤੇ ਮਨੁੱਖੀ ਹੱਕਾਂ ਦੇ ਵਿੱਚ ਹੈਗਾ, ਕੋਈ ਕਿਸੇ ਨੂੰ ਇਹਦਾ ਜ਼ੋਰ ਜ਼ਬਰਦਸਤੀ ਨਹੀਂ ਕਰ ਸਕਦਾ ਵੀ ਤੁਸੀਂ ਇੱਥੇ ਰਹਿਣਾ ਪਏਗਾ। ਕਹਿੰਦੇ ਵਾਈਲ ਮੈਨੀ ਪੀਪਲ ਬਿਲੀਵ, ਭਾਵੇਂ ਬੜੇ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਇਮੀਗ੍ਰੇਸ਼ਨ ਇਜ਼ ਅ ਪਰਸਨਲ ਚੋਇਸ, ਭਈ ਆ ਤੇ ਵੀ ਨਿੱਜੀ ਗੱਲ ਹੈ ਵੀ ਮੈਨੂੰ ਕੈਨੇਡਾ ਚੰਗਾ ਲੱਗਦਾ ਕੈਨੇਡਾ ਜਾਵਾਂਗਾ। ਹੁਣ ਮੈਨੂੰ ਲੋਕ ਪੁੱਛਦੇ ਨੇ ਕਿ ਕੈਪਟਨ ਸਾਹਿਬ ਤੁਸੀਂ ਬਾਹਰ ਕਿਉਂ ਨਹੀਂ ਸੈੱਟ ਹੋਏ? ਹੁਣ ਮੈਂ ਇੰਨੇ ਦੇਸ਼ ਘੁੰਮੇ ਨੇ, ਮੈਂ ਕਰੀਬ 60-70 ਦੇਸ਼ ਘੁੰਮੇ ਨੇ, ਮੈਂ 84 ਤੋਂ ਲੈ ਕੇ 2002, ਫਿਰ ਉਸ ਤੋਂ ਬਾਅਦ ਮੈਂ 2000 ਕਰੀਬਨ 15 ਤੱਕ ਘੁੰਮਦਾ ਰਿਹਾ ਬਾਹਰਲੇ ਦੇਸ਼ਾਂ 'ਚ, ਅਮਰੀਕਾ, ਕੈਨੇਡਾ, ਕੋਰੀਆ, ਜਿਹੜੇ ਦੇਸ਼ਾਂ ਦੇ ਅਸੀਂ ਨਾਂ ਕਈ ਸੁਣੇ ਵੀ ਨਹੀਂ, ਤੁਨੀਸੀਆ, ਇਜਿਪਟ, ਸੈਨੀਗਲ, ਕਈ ਦੇਸ਼ਾਂ 'ਚ, ਗਰੀਬ ਵੀ, ਦਰਮਿਆਨੇ ਵੀ, ਅਮੀਰ ਦੇਸ਼ਾਂ 'ਚ ਮੈਂ ਗਿਆ, ਪਰ ਮੇਰਾ ਨਹੀਂ ਬਾਹਰ ਜੀ ਲੱਗਾ, ਮੈਨੂੰ ਨਹੀਂ ਚੰਗਾ ਲੱਗਾ। ਮੈਨੂੰ ਪੰਜਾਬ ਬੜਾ ਵਧੀਆ ਲੱਗਦਾ, ਮੈਨੂੰ ਪੰਜਾਬ ਦੇ ਖੇਤ, ਪੰਜਾਬ ਦੇ ਬੰਨ ਤੇ ਪੰਜਾਬ ਦੇ ਪਿੰਡਾਂ ਦੀ ਲਿੰਕ ਰੋਡਾਂ ਉੱਤੇ ਉਹਨੂੰ ਸਾਈਕਲ ਚਲਾਉਣੀ ਜਾਂ ਸਕੂਟਰ ਚਲਾਉਣਾ ਜਾਂ ਪੈਦਲ ਤੁਰਨਾ, ਮੈਨੂੰ ਉਹ ਜ਼ਿਆਦਾ ਚੰਗਾ ਲੱਗਦਾ। ਮੈਂ ਕੈਨੇਡਾ ਵੀ ਰਿਹਾ ਬੜਾ ਚਿਰ, ਪਰ ਉੱਥੇ ਸਾਰੇ ਪਾਸੇ ਬਰਫ਼ ਹੀ ਬਰਫ਼ ਤੇ ਅੰਦਰ ਹੁੜੇ ਰਹੋ, ਮੈਨੂੰ ਅੰਦਰ ਨਹੀਂ ਚੰਗਾ ਲੱਗਦਾ। ਨਾਲੇ ਮੈਂ ਮਰਚੈਂਟ ਨੇਵੀ ਵਿੱਚ ਮੇਰੀ ਤਨਖਾਹ ਚੰਗੀ ਸੀਗੀ, ਸੋ ਪੈਸੇ ਪੱਖੋਂ ਮੈਨੂੰ ਕੋਈ ਸਮੱਸਿਆ ਨਹੀਂ ਸੀਗੀ। ਸੋ ਇਹ ਪਰਸਨਲ ਚੋਇਸ ਹੈਗੀ ਹੈ। ਬੜੇ ਲੋਕ ਹੈਰਾਨ ਹੁੰਦੇ ਨੇ ਵੀ ਤੁਸੀਂ ਕਿਉਂ ਨਹੀਂ ਬਾਹਰ ਸੈੱਟ ਹੋਏ, ਤੇ ਮੈਂ ਇਸ ਗੱਲ ਤੋਂ ਹੈਰਾਨ ਹੁੰਦਾ ਵੀ ਤੁਸੀਂ ਬਾਹਰ ਕਦੇ ਭੱਜਦੇ ਹੋ, ਤੁਸੀਂ ਪੰਜਾਬ 'ਚ ਰਹਿ ਕੇ ਕੰਮ ਕਰੋ। ਕਿਉਂਕਿ ਮੈਂ ਕੈਨੇਡਾ 'ਚ ਬੜੇ ਲੋਕ ਐਸੇ ਦੇਖੇ ਜਿਹੜੇ ਪੰਜਾਬ 'ਚ ਚੰਗੇ ਸੈੱਟ ਸੀਗੇ, ਕੋਈ ਕਹਿੰਦਾ ਮੈਂ ਪ੍ਰੋਫੈਸਰ ਸੀ, ਕੋਈ ਕਹਿੰਦਾ ਮੈਂ ਇੰਜੀਨੀਅਰ ਸੀ, ਨੌਕਰੀ ਕਰਦਾ ਸੀ, ਕੋਈ ਕਹਿੰਦਾ ਮੇਰੀਆਂ 8-10 ਟੈਕਸੀਆਂ ਸੀ, ਕਈ ਬੰਦੇ ਤਾਂ ਐਸੇ ਵੀ ਮਿਲੇ ਜਿਹੜੇ ਕਹਿੰਦੇ ਸਾਡੇ 40 ਕਿੱਲੇ ਖੇਤ ਹੈਗੇ ਨੇ, ਤੇ ਉਹ ਵੀ ਮੈਂ ਕੈਨੇਡਾ 'ਚ ਚੈਰੀਆਂ ਤੋੜਦੇ ਦੇਖੇ। ਸੋ ਮੈਨੂੰ ਹੈਰਾਨੀ ਦੀ ਗੱਲ ਹੈ, ਪਰ ਇਹ ਪਰਸਨਲ ਚੋਇਸ ਹੈ, ਅਸੀਂ ਕਿਸੇ ਤੇ ਕਿੰਤੂ ਪਰੰਤੂ ਨਹੀਂ ਕਰਦੇ। ਸੋ ਕਹਿੰਦੇ ਵਾਈਲ ਮੈਨੀ ਪੀਪਲ ਬਿਲੀਵ ਦੈਟ ਇਮੀਗ੍ਰੇਸ਼ਨ ਇਜ਼ ਅ ਪਰਸਨਲ ਚੋਇਸ, ਇਹ ਤੇ ਨਿੱਜੀ ਮਰਜ਼ੀ ਹੈ ਕਿਸੇ ਦੀ, ਕਿਸੇ ਨੂੰ ਉੱਥੇ ਰਹਿਣਾ ਚੰਗਾ ਲੱਗਦਾ ਤੇ ਉਹਦੀ ਮਰਜ਼ੀ ਹੈ, ਜਾ ਸਕਦਾ। ਦੈਟ ਮਸਟ ਬੀ ਅੰਡਰਸਟੂਡ ਐਂਡ ਰਿਸਪੈਕਟਡ, ਤੇ ਇਹ ਜਿਹੜੀ ਪਰਸਨਲ ਚੋਇਸ ਦੀ ਜਿਹੜੀ ਬਿਰਤੀ ਹੈ ਇਹਨੂੰ ਸਮਝਣਾ ਚਾਹੀਦਾ ਵੀ ਉਹਨਾਂ ਨੂੰ ਸਾਨੂੰ ਬੁਰਾ ਭਲਾ ਨਹੀਂ ਕਰਨਾ ਚਾਹੀਦਾ ਜਿਹੜੇ ਲੋਕ ਜਾਂਦੇ ਨੇ, ਐਂਡ ਰਿਸਪੈਕਟਡ, ਤੇ ਉਹਨਾਂ ਦੀ ਇਸ ਚੋਣ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ, ਠੀਕ ਹੈ ਨਾ। ਕੋਈ ਬੰਦਾ ਕਹਿੰਦਾ ਭਾਜੀ ਮੈਂ ਫਿੱਕੀ ਚਾਹ ਪੀਣੀ ਹੈ, ਕਹਿੰਦਾ ਕੋਈ ਤਾਂ ਫਿੱਕੀ ਪੀ ਲੈ, ਕੋਈ ਕਹਿੰਦਾ ਭਾਜੀ ਮੈਂ ਘੱਟ ਚੀਨੀ ਪਾਣੀ, ਕਹਿੰਦਾ ਮੈਂ ਜ਼ਿਆਦਾ ਚੀਨੀ ਵਾਲੀ ਪੀਣੀ। ਹੁਣ ਮੈਂ ਦਹੀਂ ਫਿੱਕਾ ਖਾਂਦਾ, ਕਈ ਲੂਣ ਪਾ ਕੇ ਖਾਂਦੇ ਨੇ, ਕਈ ਖੰਡ ਪਾ ਕੇ ਖਾਂਦੇ ਨੇ, ਕਈ ਸ਼ੱਕਰ ਪਾ ਕੇ ਖਾਂਦੇ ਨੇ। ਸੋ ਇਹ ਚੋਣ ਹੈਗੀ ਹੈ, ਤੇ ਅਸੀਂ ਕਿਸੇ ਨੂੰ ਧੱਕੇ ਨਾਲ ਨਹੀਂ ਕਹਿ ਸਕਦੇ ਵੀ ਤੁਸੀਂ ਇਹ ਮਿੱਠੇ ਵਾਲਾ ਦਹੀਂ ਹੀ ਖਾਓ ਜਾਂ ਤੁਸੀਂ ਲੂਣ ਵਾਲਾ ਹੀ ਖਾਓ। ਸੋ ਦੈਟ ਮਸਟ ਬੀ ਅੰਡਰਸਟੂਡ ਐਂਡ ਰਿਸਪੈਕਟਡ, ਠੀਕ ਹੈ। ਅਦਰਸ ਲੁੱਕ ਐਟ ਦਿਸ ਫਿਨੋਮੀਨਨ ਹੁੰਦਾ ਵਰਤਾਰਾ, ਕਿਹੜਾ ਵਰਤਾਰਾ? ਬ੍ਰੇਨ ਡਰੇਨ ਦਾ। ਪਰ ਜਿਹੜੇ ਕੁਝ ਹੋਰ ਲੋਕ ਨੇ ਲੁੱਕ ਐਟ ਦਿਸ ਫਿਨੋਮੀਨਨ, ਇਸ ਵਰਤਾਰੇ ਵੱਲ ਦੇਖਦੇ ਨੇ ਫਰੋਮ ਅ ਡਿਫਰੈਂਟ ਪਰਸਪੈਕਟਿਵ ਹੁੰਦਾ ਹੈ ਦਿਸ਼ਾ ਤੋਂ ਦੇਖਣਾ, ਮਤਲਬ ਉਹ ਦਿਸ਼ਾ, ਇਹ ਦਿਸ਼ਾ ਅਰਥਾਤ ਨਜ਼ਰੀਆ, ਉਹ ਵੱਖਰੇ, ਉਹਨਾਂ ਦਾ ਨਜ਼ਰੀਆ ਵੱਖਰਾ ਹੈਗਾ। ਕੁਝ ਲੋਕ ਕਹਿੰਦੇ ਨੇ ਵੀ ਇਹ ਉਹਨਾਂ ਦੀ ਮਰਜ਼ੀ ਹੈ, ਪਰ ਕੁਝ ਲੋਕ ਐਸੇ ਵੀ ਨੇ ਜੋ ਇਸ ਵਰਤਾਰੇ ਨੂੰ ਵੱਖਰੇ ਨਜ਼ਰੀਏ ਤੋਂ ਦੇਖਦੇ ਹਨ, ਫਰੋਮ ਅ ਡਿਫਰੈਂਟ ਪਰਸਪੈਕਟਿਵ ਦਾ ਮਤਲਬ ਹੁੰਦਾ ਆਊਟਲੁੱਕ ਜਾਂ ਐਂਗਲ ਜਾਂ ਪੁਆਇੰਟ ਆਫ ਵਿਊ, ਠੀਕ ਹੈ ਜੀ। ਅੱਗੇ ਚਲੀਏ, ਫਿਰ ਕਹਿੰਦੇ ਵਟ ਮੇਕਸ ਥੀਸ ਪੀਪਲ ਲੀਵ ਦੇਅਰ ਕੰਟਰੀ, ਅਰਥਾਤ ਇਹਨਾਂ ਲੋਕਾਂ ਨੂੰ ਆਪਣਾ ਦੇਸ਼ ਛੱਡਣ ਲਈ ਕੀ ਮਜਬੂਰ ਕਰਦਾ ਹੈ। ਇਹ ਵੀ ਸੋਚਣ ਵਾਲੀ ਗੱਲ ਹੈ ਵੀ ਕਿਉਂ ਜਾਂਦੇ ਨੇ, ਕਿਉਂ ਭੱਜਦੇ ਨੇ। ਵਟ ਮੇਕਸ ਥੀਸ, ਅਮਰੀਕਾ ਤੋਂ, ਜਰਮਨ ਤੋਂ ਤਾਂ ਲੋਕ ਇੰਡੀਆ ਨਹੀਂ ਆਉਂਦੇ, ਇੰਡੀਆ ਤੋਂ ਹੀ ਲੋਕ ਬਾਹਰ ਭੱਜਦੇ ਨੇ। ਸੋ ਵਟ ਮੇਕਸ ਦੋਜ਼ ਪੀਪਲ ਲੀਵ ਦੇਅਰ ਕੰਟਰੀ, ਦੇਅਰ ਓਨ ਪੀਪਲ, ਉਹ ਕਿਹੜੀ ਗੱਲ ਹੈ ਜਿਹੜੀ ਇਹਨਾਂ ਲੋਕਾਂ ਨੂੰ ਆਪਣਾ ਦੇਸ਼, ਆਪਣੇ ਲੋਕ, ਆਪਣੀ ਬੋਲੀ, ਆਪਣਾ ਸੱਭਿਆਚਾਰ
ਛੱਡਣ ਲਈ ਮਜਬੂਰ ਕਰਦੀ ਹੈ। should be seriously considered, ਕਹਿੰਦੇ ਇਸ ਗੱਲ ਨੂੰ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ। ਉੱਦਾਂ ਹੀ ਨਹੀਂ ਕਹਿ ਦੇਣਾ ਚਾਹੀਦਾ ਜੀ ਆ ਤੇ ਜੀ ਇੱਦਾਂ ਕਰਦੇ ਨੇ ਉੱਦਾਂ ਕਰਦੇ ਨੇ ਬਾਹਰ ਭੱਜੀ ਜਾਂਦੇ ਨੇ। ਕਹਿੰਦੇ ਇਸ ਗੱਲ ਨੂੰ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ। ਐਂਡ ਆ ਡਿਸਟਿੰਕਸ਼ਨ ਮੈਨੇ ਨਿਖੇੜਾ ਅਰਥਾਤ ਫਰਕ ਬਿਟਵੀਨ ਪੁੱਲ ਐਂਡ ਪੁਸ਼ ਫੈਕਟਰਸ। ਪੁੱਲ ਹੁੰਦਾ ਹੈ ਖਿੱਚਣ ਵਾਲੇ, ਅਰਥਾਤ ਵੀ ਅਮਰੀਕਾ, ਕੈਨੇਡਾ, ਜਰਮਨ ਜਾਂ ਯੂਰਪ ਜਾਂ ਸਿੰਗਾਪੁਰ, ਆਸਟ੍ਰੇਲੀਆ, ਉਹ ਕਿਹੜੇ ਕਾਰਨ ਨੇ ਉਹ ਖਿੱਚ ਰਹੇ ਨੇ ਆਪਣੇ ਵੱਲ। ਤੇ ਦੂਜੀ ਗੱਲ ਪੁਸ਼ ਫੈਕਟਰਸ, ਅਰਥਾਤ ਉਹ ਵੀ ਕਾਰਨ ਨਾਲ ਦੇਖਣਾ ਚਾਹੀਦਾ ਜਿਹੜੇ ਇੱਥੋਂ ਦੀ ਧੱਕਦੇ ਪਏ ਨੇ। ਇੱਕ ਤੇ ਹੈ ਉਹਨਾਂ ਦੀ ਜਿਹੜੀ ਚੀਜ਼ ਹੈ, ਕੋਈ ਉਹਨਾਂ ਦੀ ਤਰੱਕੀ ਹੈ ਜਾਂ ਵਿਕਾਸ ਹੈ, ਵਟਐਵਰ ਜੋ ਵੀ ਉਹਨਾਂ ਦੀ ਸਹੂਲਤਾਂ ਨੇ ਉਹ ਆਪਣੇ ਨਾਲ ਖਿੱਚਦੀਆਂ ਨੇ। ਤੇ ਇੱਕ ਕੁਝ ਗੱਲਾਂ ਇਹ ਵੀ ਹੋਣਗੀਆਂ ਜਿਹੜੀਆਂ ਇੱਥੋਂ ਦੀ ਉਹਨਾਂ ਨੂੰ ਧੱਕਦੀਆਂ ਨੇ ਬਾਹਰ ਨੂੰ। ਸੋ ਇੱਕ ਹੈਗਾ ਪੁੱਲ ਫੈਕਟਰਸ ਤੇ ਦੂਜਾ ਹੈਗਾ ਪੁਸ਼ ਫੈਕਟਰਸ। ਇਹ ਦੋਨਾਂ ਦਾ ਨਿਖੇੜਾ ਕਰਨਾ ਚਾਹੀਦਾ ਹੈ। ਨਿਖੇੜਾ ਮੈਨੇ ਡਿਸਟਿੰਕਸ਼ਨ ਕਰਨੀ ਚਾਹੀਦੀ ਹੈ ਔਰ ਦੋਨਾਂ ਨੂੰ ਰਲਗੱਡ ਨਹੀਂ ਕਰਨਾ ਚਾਹੀਦਾ। ਕਹਿੰਦੇ ਮਸਟ ਬੀ ਮੇਡ, ਕਹਿੰਦੇ ਇਹਦੀ ਸਾਨੂੰ ਨਿਖੇੜਾ ਕਰਨਾ ਚਾਹੀਦਾ, ਬੜਾ ਜ਼ਰੂਰੀ ਹੈ ਵੀ ਖਿੱਚਣ ਵਾਲੇ ਕਾਰਨ ਕਿਹੜੇ ਨੇ ਤੇ ਇੱਥੋਂ ਦੀ ਧੱਕਣ ਵਾਲੇ ਕਾਰਨ ਕਿਹੜੇ ਨੇ। ਹੁਣ ਦੇਖੀਏ ਧੱਕਣ ਵਾਲੇ ਕਾਰਨ ਕਿਹੜੇ ਨੇ। ਦੀ ਪੁਸ਼ ਫੈਕਟਰਸ ਇਨਕਲੂਡ, ਕਹਿੰਦੇ ਜਿਹੜੇ ਧੱਕਣ ਵਾਲੇ ਕਾਰਨ ਨੇ ਉਹਨਾਂ 'ਚ ਹੈਗੇ ਨੇ ਲੋ ਵੇਜਿਸ ਮੈਨੇ ਘੱਟ ਤਨਖਾਹਾਂ, ਐਂਡ ਲੈਕ ਆਫ ਸੈਟਿਸਫੈਕਟਰੀ ਵਰਕਿੰਗ ਐਂਡ ਲਿਵਿੰਗ ਕੰਡੀਸ਼ਨਸ। ਲੈਕ ਹੁੰਦਾ ਘਾਟਾ, ਅਭਾਵ, ਕਮੀ, ਆਫ ਸੈਟਿਸਫੈਕਟਰੀ ਮੈਨੇ ਤਸੱਲੀ ਬਖਸ਼, ਵਰਕਿੰਗ ਐਂਡ ਲਿਵਿੰਗ ਕੰਡੀਸ਼ਨ ਰਹਿਣ ਵਾਲੀਆਂ ਅਤੇ ਕੰਮ ਕਰਨ ਦੀਆਂ ਜੋ ਸਹੂਲਤਾਂ ਨੇ ਉਹ ਤਸੱਲੀ ਬਖਸ਼ ਨਹੀਂ ਹੈਗੀਆਂ, ਤਨਖਾਹਾਂ ਥੋੜ੍ਹੀਆਂ ਨੇ। ਇਹ ਤੇ ਬੱਚਿਓ ਇਸ ਗੱਲ ਤੋਂ ਮੈਂ 100% ਸਹਿਮਤ ਹੈਗਾ। ਮੈਂ ਜ਼ਿਆਦਾ ਤੁਹਾਨੂੰ ਦੱਸਿਆ ਮਰਚੈਂਟ ਨੇਵੀ 'ਚ ਮੈਂ ਬੜੇ ਦੇਸ਼ ਘੁੰਮੇ ਨੇ, ਜਾਪਾਨ ਵੀ ਗਏ ਹਾਂ, ਆਸਟ੍ਰੇਲੀਆ ਵੀ ਗਏ ਹਾਂ, ਨਿਊਜ਼ੀਲੈਂਡ ਵੀ ਗਏ ਹਾਂ, ਕੁਝ ਗਰੀਬ ਦੇਸ਼ ਵੀ ਦੇਖੇ ਨੇ। ਪਰ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਕਿ ਉਹਨਾਂ ਦੇਸ਼ਾਂ ਵਿੱਚ ਮਜ਼ਦੂਰਾਂ ਦੀ, ਕਾਮਿਆਂ ਦੀ ਸ਼ੋਸ਼ਣ ਨਹੀਂ ਹੁੰਦਾ, ਐਕਸਪਲੋਇਟੇਸ਼ਨ ਨਹੀਂ ਹੁੰਦਾ। ਜਿੱਦਾਂ ਇੱਥੇ ਆ ਕੇ ਕਦੀ ਕੋਈ ਈਡੀ ਨੇ ਰੇਡ ਮਾਰਤੀ, ਕਦੀ ਆਈਟੀ ਵਾਲਾ ਆ ਗਿਆ, ਕਦੀ ਪੁਲਿਸ ਤੰਗ ਕਰਦੀ ਹੈ, ਕਦੀ ਟ੍ਰੈਫਿਕ ਪੁਲਿਸ ਵਾਲੇ ਵੱਡੀਆਂ ਲੈਂਦੇ ਨੇ, ਕਦੀ ਹੋਰ ਇੰਸਪੈਕਟਰ ਤੰਗ ਕਰਦੇ ਨੇ, ਜਾਂ ਜਿਹੜੇ ਇਵਨ ਮਾਲਿਕ ਨੇ ਦੁਕਾਨ ਦਾ, ਜਿਹੜੇ ਮਾਲਿਕ ਨੇ, ਜਿਹੜੇ ਜਿਨ੍ਹਾਂ ਨੇ ਨੌਕਰੀਆਂ 'ਤੇ ਲੋਕਾਂ ਨੂੰ ਰੱਖਿਆ ਉਹ ਉਹਨਾਂ ਦਾ ਖੂਨ ਚੂਸਦੇ ਨੇ, ਉਹਨਾਂ ਦੀ ਤਨਖਾਹਾਂ ਮਾਰ ਲੈਂਦੇ ਨੇ, ਤਨਖਾਹਾਂ ਨਹੀਂ ਦਿੰਦੇ। ਹੁਣ ਮੈਂ ਦੇਖਦਾ ਉੱਥੇ ਅਮਰੀਕਾ, ਕੈਨੇਡਾ 'ਚ ਅੱਜ ਵੀ ਉੱਥੇ 5 ਵਜੇ ਆਫਿਸ ਬੰਦ ਤੇ ਮਤਲਬ ਬੰਦ, ਸ਼ਨੀਚਰਵਾਰ ਨੂੰ, ਐਤਵਾਰ ਨੂੰ ਕੋਈ ਫੋਨ ਨਹੀਂ ਕਰੇਗਾ। ਪਰ ਇੱਥੇ ਮੈਂ ਦੇਖਦਾ ਪ੍ਰਾਈਵੇਟ ਬੈਂਕ ਨੇ ਸ਼ਾਮ ਦੇ 8 ਵਜੇ ਹੁੰਦੇ ਨੇ, ਸ਼ਟਰ ਬੰਦ ਹੁੰਦਾ ਪਰ ਅੰਦਰ ਵਰਕਰ ਕੰਮ ਕਰ ਰਹੇ ਹੁੰਦੇ ਨੇ, ਤੇ ਉਹਨਾਂ ਕੋਲ ਸ਼ਨੀਚਰਵਾਰ ਨੂੰ ਵੀ ਕੰਮ ਕਰਾਉਂਦੇ ਨੇ। ਕਈ ਵਾਰ ਕਹਿੰਦੇ ਆਪਣਾ ਲੈਪਟਾਪ ਔਨ ਰੱਖੋ, ਆਪਣਾ ਈਮੇਲ ਅਕਾਊਂਟ ਖੋਲ੍ਹ ਕੇ ਰੱਖੋ। ਐਤਵਾਰ ਨੂੰ ਵੀ ਕੰਮ ਕਰਾਉਂਦੇ ਨੇ, ਤਨਖਾਹਾਂ ਵੀ ਮਾਰ ਲੈਂਦੇ ਨੇ, ਘੱਟ ਦਿੰਦੇ ਨੇ। ਤੇ ਸਾਡੀ ਸਰਕਾਰਾਂ ਜਿਹੜੀਆਂ ਨੇ ਉਹ ਵੀ ਸਰਮਾਏਦਾਰਾਂ ਦਾ ਸਾਥ ਦਿੰਦੀਆਂ ਨੇ, ਵਰਕਰ ਦਾ ਸਾਥ ਨਹੀਂ ਦਿੰਦੀਆਂ। ਸੋ ਇਹਦੇ ਵਿੱਚ ਤੇ ਮੈਂ ਪੂਰੀ ਤਰ੍ਹਾਂ ਸਹਿਮਤ ਹੈਗਾ ਕਿ ਲੋ ਵੇਜਿਸ ਤੇ ਲੈਕ ਆਫ ਸੈਟਿਸਫੈਕਟਰੀ ਵਰਕਿੰਗ ਐਂਡ ਲਿਵਿੰਗ ਕੰਡੀਸ਼ਨਸ। ਉੱਥੇ ਲੋਕੀ, ਹੁਣ ਮੇਰੇ ਦੋਸਤਾਂ ਦੇ ਬੜੇ ਨਿਆਣੇ ਹੈਗੇ ਨੇ, ਉਹ ਬਾਹਰ ਕੇ ਨੇ, ਉਹ ਬੜੇ ਖੁਸ਼ ਨੇ। ਕਹਿੰਦੇ ਜਿਹੜੇ ਇੱਥੇ ਅਸੀਂ ਗੁੜਗਾਵਾਂ ਕੰਮ ਕਰਦੇ ਸੀਗੇ, ਬੈਂਗਲੋਰ ਕੰਮ ਕਰਦੇ ਸੀ, ਸਾਡਾ ਹਮੇਸ਼ਾ ਟੈਨਸ਼ਨ 'ਚ ਰਹਿੰਦੇ ਸੀਗੇ। ਕਹਿੰਦੇ ਉੱਥੇ ਸਾਨੂੰ ਤਨਖਾਹ ਵੀ ਜ਼ਿਆਦਾ ਮਿਲਦੀ ਹੈ ਤੇ ਇੱਜ਼ਤ ਮਾਣ ਵੀ ਜ਼ਿਆਦਾ ਹੈਗਾ। ਸੋ ਇਹ ਤੇ ਗੱਲ ਬਿਲਕੁਲ ਸਹੀ ਹੈਗੀ ਹੈ। ਫਿਰ ਦੂਜੀ ਗੱਲ ਸੋਸ਼ਲ ਅਨਰੈਸਟ ਦਾ ਮਤਲਬ ਸਮਾਜਿਕ ਤਣਾਅ, ਸਮਾਜਿਕ ਉਥਲ ਪੁਥਲ, ਸਮਾਜਿਕ ਬੇਚੈਨੀ ਸਾਡੇ ਦੇਸ਼ ਵਿੱਚ ਬਹੁਤ ਹੈਗੀ ਹੈ। ਜਾਤਾਂ ਪਾਤਾਂ ਦੇ ਝਗੜੇ ਨੇ, ਧਰਮਾਂ ਦੇ ਨਾਮ ਤੇ ਝਗੜੇ ਹੈਗੇ ਨੇ, ਲਿੰਚਿੰਗ ਹੈਗੀ ਹੈ, ਹੋਰ ਬੜੀਆਂ ਮੁਸੀਬਤਾਂ ਹੈਗੀਆਂ ਨੇ। ਸੋ ਸਮਾਜਿਕ ਜਿਹੜੇ ਅਪਰਾਧ ਹੈਗੇ ਨੇ ਉਹ ਇੱਥੇ ਬਹੁਤ ਜ਼ਿਆਦਾ ਹੈਗੇ ਨੇ। ਸੋਸ਼ਲ ਅਨਰੈਸਟ, ਪੋਲੀਟੀਕਲ ਕੌਨਫਲਿਕਟ ਦਾ ਮਤਲਬ ਹੋ ਗਿਆ ਸਿਆਸੀ ਝਗੜੇ, ਸਿਆਸੀ ਖਿੱਚੋਤਾਣ ਬੜੀ ਹੈਗੀ ਹੈ। ਜੇ ਕੋਈ ਕਿਸੇ ਨਾਲ ਸਹਿਮਤ ਨਹੀਂ ਹੁੰਦਾ ਤੇ ਉਹਨੂੰ ਕਹਿੰਦੇ ਨੇ ਤੂੰ ਪਾਕਿਸਤਾਨ ਚਲ ਜਾ, ਤੂੰ ਦੇਸ਼ ਵਿਰੋਧੀ ਹੈਗਾ। ਸੋ ਇੱਦਾਂ ਦੇ ਉਲਾਮੇ ਮਿਲ ਜਾਂਦੇ ਨੇ। ਹੁਣ ਕਿਸਾਨ ਦੇਖੋ ਵਿਚਾਰੇ ਆਪਣੇ ਹੱਕਾਂ ਲਈ ਲੜਦੇ ਪਏ ਨੇ, ਜੋ ਕਿ ਉਹਨਾਂ ਦਾ ਸੰਵਿਧਾਨਿਕ ਹੱਕ ਹੈਗਾ। ਉਹਨਾਂ ਨੂੰ ਕੋਈ ਕਹਿ ਦਿੰਦਾ ਹੈ ਨਕਸਲਵਾਦੀ ਹੈਗੇ ਨੇ, ਕਦੀ ਇਹ ਮਾਓਵਾਦੀ ਹੈਗੇ ਨੇ, ਕੋਈ ਕਹਿੰਦੇ ਏਜੰਸੀਆਂ ਦੇ ਬੰਦੇ ਹੈਗੇ ਨੇ, ਕੋਈ ਕਹਿੰਦੇ ਨੇ ਲੁੱਚੇ ਲਫੰਗੇ ਹੈਗੇ ਨੇ। ਪ੍ਰਾਈਮ ਮਿਨਿਸਟਰ ਨੇ ਤਾਂ ਇੱਥੇ ਕਹਿਤਾ ਕਿ ਇਹ ਪੈਰਾਸਾਈਟ ਹੈਗੇ ਨੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੰਦੇ ਨੂੰ ਫਿਰ ਬਹੁਤ ਨਿਰਾਸ਼ ਕਰਦੀਆਂ ਨੇ। ਸੋ ਪੋਲੀਟੀਕਲ ਕੌਨਫਲਿਕਟਸ ਐਂਡ ਵਾਰਸ, ਹੁਣ ਕਈ ਜਗ੍ਹਾ ਜੰਗਾਂ ਹੁੰਦੀਆਂ ਨੇ, ਜਿੱਥੇ ਜੰਗ ਹੁੰਦੀ ਉੱਥੇ ਫਿਰ ਲੋਕੀ ਆਪਣੇ ਪਰਿਵਾਰਾਂ ਨੂੰ, ਬੱਚਿਆਂ ਨੂੰ ਬਚਾਉਣ ਲਈ ਉੱਥੋਂ ਭੱਜਦੇ ਨੇ ਕਿ ਚਲੋ ਇੱਥੋਂ ਦੇ ਨਿਕਲੋ। ਤੇ ਕਿੱਦਾਂ ਜਿੱਦਾਂ ਸੀਰੀਆ 'ਚੋਂ ਇੱਦਾਂ ਹੋਇਆ, ਪੈਲਸਤੀਨ 'ਚ ਇੱਦਾਂ ਹੁੰਦਾ। ਮੇ ਆਲਸੋ ਵੀ ਦੀ ਡਿਟਰਮਿਨਿੰਗ ਕਾਜ਼ਿਜ਼ ਦਾ ਮਤਲਬ ਹੈ ਫੈਸਲਾ ਕੁਨ ਕਾਰਨ, ਅਰਥਾਤ ਜਿਹੜੇ ਉਹਨਾਂ ਨੂੰ ਫੈਸਲਾ ਕਰਨ ਵਿੱਚ ਇੱਕ ਇਹ ਬੜਾ ਵੱਡਾ ਕਾਰਨ ਹੁੰਦਾ ਹੈ ਕਿ ਜਦੋਂ ਜੰਗ ਹੈ ਜਾਂ ਪੋਲੀਟੀਕਲ ਕੌਨਫਲਿਕਟ ਹੈ, ਹੁਣ ਜਿਹੜਾ ਬੰਦਾ ਪੋਲੀਟੀਕਲ ਪਾਰਟੀ, ਜਿਹੜਾ ਸਿਆਸੀ ਧਿਰ ਜਿਹੜੀ ਹੈਗੀ ਹੈ, ਜਿਹੜੀ ਸੱਤਾ ਵਿੱਚ ਹੈਗੀ ਹੈ, ਉਹ ਜਿਹੜੇ ਵਿਰੋਧੀ ਧਿਰ ਹੈ ਉਹਨਾਂ ਦੇ ਬੰਦਿਆਂ ਨੂੰ ਨੱਪਣ ਦੀ ਕੋਸ਼ਿਸ਼ ਕਰਦੀ ਹੈ। ਅਸੀਂ ਆਪਣੇ ਇੰਡੀਆ 'ਚ ਵੀ ਦੇਖਦੇ ਹਾਂ, ਉਹਨਾਂ ਦੇ CBI ਦੇ ਰੇਡ ਪਵਾ ਦਿੰਦੇ ਨੇ, ਜਾਂ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਰੇਡ ਪਵਾ ਦਿੰਦੇ ਨੇ, ਜਾਂ ਪੁਲਿਸ ਵੱਲੋਂ ਕੋਈ ਕੇਸ ਪਵਾ ਦਿੰਦੇ ਨੇ।
ਸੋ ਕਈ ਬੰਦੇ ਇੱਦਾਂ ਬਚਣ ਲਈ ਵੀ ਆਪਣੇ ਫਿਰ ਬਾਹਰਲੇ ਦੇਸ਼ਾਂ ਵਿੱਚ ਭੱਜ ਜਾਂਦੇ ਨੇ। ਦੀ ਪੁੱਲ ਫੈਕਟਰਸ, ਹੁਣ ਖਿੱਚਣ ਵਾਲੇ ਕਿਹੜੇ ਹੈਗੇ ਨੇ ਪੁੱਲ ਫੈਕਟਰਸ? ਹਾਊ ਐਵਰ ਇਨਕਲੂਡ ਇੰਟੈਲੈਕਚੁਅਲ ਫਰੀडम, ਅਰਥਾਤ ਬੌਧਿਕ ਆਜ਼ਾਦੀ। ਹੁਣ ਸਾਡੇ ਦੇਸ਼ ਵਿੱਚ ਬੱਚਿਓ ਕੀ ਹੈ ਕਿ ਸਾਡੀ ਯੂਨੀਵਰਸਿਟੀਆਂ ਵਿੱਚ ਸਿਆਸੀ ਦਖਲਅੰਦਾਜ਼ੀ ਬੜੀ ਹੈਗੀ ਹੈ। ਜਿਹੜੇ ਲੀਡਰ ਹੈਗੇ ਨੇ MLA MP ਜਾਂ PM ਵਰਗੇ, ਉਹ ਬੰਦੇ ਅੰਦਰ ਵੜ ਜਾਂਦੇ ਨੇ ਤੇ ਆਪਣੀ ਸ਼ਰਤਾਂ ਰੱਖਦੇ ਨੇ। ਪਰ ਉੱਥੇ ਕੀ ਹੈ, ਅਮਰੀਕਾ 'ਚ ਕੈਨੇਡਾ 'ਚ ਤੁਸੀਂ ਰਿਸਰਚ ਕਰਨੀ ਹੈ, ਆਪਣਾ ਕੋਈ ਕਿਤਾਬ ਲਿਖਣੀ ਹੈ, ਕੋਈ ਰਿਸਰਚ ਪੇਪਰ ਲਿਖਣਾ ਹੈ, ਐ ਨਹੀਂ ਕਿ ਉੱਥੇ ਬੈਨ ਲੱਗ ਜਾਏਗਾ ਜਾਂ ਤੁਹਾਨੂੰ ਕੋਈ ਘੇਰ ਲੈਣਗੇ ਜਾਂ ਤੁਹਾਨੂੰ ਕੋਈ ਮਤਲਬ ਕਿ ਤੁਹਾਡੇ ਪੱਥਰ ਮਾਰਨਗੇ। ਇੱਥੇ ਆਮ ਹੀ ਹੁੰਦਾ ਰਹਿੰਦਾ, ਕਿਸੇ ਨੇ ਕਿਤਾਬ ਲਿਖ ਦਿੱਤੀ ਕਹਿੰਦੇ ਇਹਨੂੰ ਬੈਨ ਕਰਵਾਓ, ਕਿਸੇ ਨੇ ਫਿਲਮ ਬਣਾਤੀ ਕਹਿੰਦੇ ਇਹਨੂੰ ਬੈਨ ਕਰਵਾਓ, ਇਹ ਫਲਾਣੇ ਨੂੰ ਇਹ ਕਰੋ, ਉਹਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇੰਟੈਲੈਕਚੁਅਲ ਫਰੀडम, ਜਿਹੜਾ ਬੰਦਾ ਕੋਈ ਪੜ੍ਹਿਆ ਲਿਖਿਆ ਹੈ, ਉੱਥੇ ਕੋਈ ਆਪਣਾ ਥੀਸਿਸ ਲਿਖਣਾ ਚਾਹੁੰਦਾ ਹੈ, ਕਿਤਾਬ ਲਿਖਣਾ ਚਾਹੁੰਦਾ ਹੈ, ਕੋਈ ਰਿਸਰਚ ਕਰਨਾ ਚਾਹੁੰਦਾ ਹੈ, ਉੱਥੇ ਕੋਈ ਰੋਕ ਟੋਕ ਨਹੀਂ ਹੈਗੀ। ਇੰਟੈਲੈਕਚੁਅਲ ਫਰੀडम ਹੈਗੀ ਹੈ। ਯੂਨੀਵਰਸਿਟੀਆਂ ਦੇ ਵਿੱਚ ਪੂਰੀ ਆਜ਼ਾਦੀ ਹੈ, ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ। ਸਾਡੇ ਇੱਥੇ ਸਰਕਾਰਾਂ ਦੀਆਂ ਦਖਲਅੰਦਾਜ਼ੀਆਂ ਨੇ। ਸਬਸਟੈਂਸ਼ੀਅਲ ਫੰਡਸ, ਸਬਸਟੈਂਸ਼ੀਅਲ ਮੈਨੇ ਅਨਫ, ਵੱਡੀ ਮਾਤਰਾ ਵਿੱਚ, ਰੱਜੇ ਪੁੱਜੇ, ਫੰਡਸ ਮੈਨੇ ਪੈਸਾ, ਫॉर ਰਿਸਰਚ। ਹੁਣ ਬੰਦੇ ਨੇ ਕੋਈ ਸਾਇੰਸਦਾਨ ਹੈਗਾ, ਕੋਈ ਬੰਦਾ ਜਿਹਨੇ ਕੈਮਿਸਟਰੀ ਕੀਤੀ ਹੈ, ਫਿਜ਼ਿਕਸ ਕੀਤੀ ਹੈ, ਉਹ ਕੋਈ ਖੋਜ ਕਰਨਾ ਚਾਹੁੰਦਾ ਹੈ। ਹੁਣ ਖੋਜ ਜਿਹੜੀ ਹੈ ਉਹ ਪੈਸੇ ਨਾਲ ਹੁੰਦੀ ਹੈ। ਸਰਕਾਰ ਜਿਹੜੀ ਹੈ ਪੈਸੇ ਦੀ ਕਟੌਤੀ ਕਰਦੀ ਰਹਿੰਦੀ ਹੈ। ਇੱਥੇ ਸਰਕਾਰਾਂ ਦੇ ਦਰ 'ਚ ਪੈਸੇ ਹੀ ਨਹੀਂ ਹੈਗੇ। ਜਿਹੜੀ ਪ੍ਰਾਈਵੇਟ ਕੰਪਨੀ ਉਹ ਵੀ ਨਹੀਂ ਕੋਈ ਪੈਸੇ ਖਰਚਦੀਆਂ, ਕੋਈ ਸਰਕਾਰ ਵੱਲੋਂ ਕੋਈ ਸਪੋਰਟ ਨਹੀਂ ਹੈਗਾ। ਸੋ ਉਹ ਬੰਦੇ ਵਿੱਚ ਕੋਈ ਸੁਪਨਾ ਹੈ ਕਿ ਮੈਂ ਇਹ ਚੀਜ਼ ਦੀ ਕਾਢ ਕੱਢਣੀ ਹੈ, ਪਰ ਮੈਨੂੰ ਰਿਸਰਚ ਲਈ ਪੈਸੇ ਚਾਹੀਦੇ ਨੇ। ਕਿਉਂਕਿ ਜਿਹੜੇ ਬੰਦਾ ਰਿਸਰਚ ਕਰਦਾ ਉਸ ਲਈ ਕਮਾਈ ਥੋੜ੍ਹੀ ਹੁੰਦੀ ਹੈ। ਜਦੋਂ ਸਾਲ 2 ਸਾਲ 3 ਸਾਲ ਰਿਸਰਚ ਹੁੰਦੀ ਹੈ, ਉਹ ਤੋਂ ਕੋਈ ਚੀਜ਼ ਬਣਦੀ ਹੈ, ਉਹ ਫਿਰ ਮਾਰਕੀਟ ਵਿੱਚ ਆਉਂਦੀ ਹੈ, ਉਹਦੇ 'ਚੋਂ ਫਿਰ ਉਸ ਰਿਸਰਚ ਦਾ ਸਾਰਾ ਖਰਚਾ ਕੱਢਿਆ ਜਾਂਦਾ ਕਮਾ ਕੇ। ਸੋ ਉੱਥੇ ਬਾਹਰਲੇ ਦੇਸ਼ਾਂ ਵਿੱਚ ਇਹ ਜਿਹੜੀ ਚੀਜ਼ਾਂ ਨੇ, ਇੱਕ ਇੰਟੈਲੈਕਚੁਅਲ ਫਰੀडम ਤੇ ਸਬਸਟੈਂਸ਼ੀਅਲ ਫੰਡਸ ਫॉर ਰਿਸਰਚ, ਇਹ ਜਿਹੜੇ ਪੜ੍ਹੇ ਲਿਖੇ ਲੋਕ ਨੇ, ਵਿਦਵਾਨ ਲੋਕ ਨੇ, ਉਹਨਾਂ ਨੂੰ ਇਹ ਚੀਜ਼ ਖਿੱਚਦੀ ਹੈ। ਹੁਣ ਤੁਸੀਂ ਦੇਖੋ, ਜਿਹੜੇ ਸਾਡੇ ਵੱਡੇ ਵੱਡੇ ਨੋਬਲ ਪ੍ਰਾਈਜ਼ ਜਿੱਤਣ ਵਾਲੇ ਇੰਡੀਅਨ ਲੋਕ ਨੇ, ਉਹਨਾਂ ਨੇ ਨੋਬਲ ਪ੍ਰਾਈਜ਼ ਇੰਡੀਆ 'ਚ ਰਹਿ ਕੇ ਨਹੀਂ ਜਿੱਤਿਆ। ਜਦੋਂ ਉਹ ਬਾਹਰ ਚਲੇ ਗਏ ਅਮਰੀਕਾ 'ਚ, ਤਾਂ ਜਾ ਕੇ ਜਿੱਤਿਆ। ਹਰਗੋਬਿੰਦ ਖੁਰਾਨਾ ਦਾ ਇਹ ਹਾਲ ਹੈਗਾ। ਹਰਗੋਬਿੰਦ ਖੁਰਾਨਾ ਨੂੰ ਜਿਹੜਾ ਮਿਲਿਆ ਸੀਗਾ ਨੋਬਲ ਪ੍ਰਾਈਜ਼, ਉਹ ਅਮਰੀਕਾ ਜਾ ਕੇ ਮਿਲਿਆ ਸੀਗਾ। ਇਸੇ ਤਰ੍ਹਾਂ ਪਿੱਛੇ ਜੇ ਅਨਿਲ ਬੈਨਰਜੀ ਇਕਨੋਮਿਕਸ ਦਾ ਉਹਨੂੰ ਨੋਬਲ ਪ੍ਰਾਈਜ਼ ਮਿਲਿਆ। ਮਿਸਟਰ ਬੈਨਰਜੀ, ਉਹਦਾ ਫਸਟ ਨਾਮ ਮੈਨੂੰ ਯਾਦ ਨਹੀਂ ਆ ਰਿਹਾ, ਅਨਿਲ ਬੈਨਰਜੀ ਜਾਂ ਪਤਨੀ ਅਮਿਤ ਬੈਨਰਜੀ, ਬੰਗਾਲੀ ਹੈ। ਉਹ ਇੱਥੇ ਦਾ ਪੜ੍ਹਿਆ ਲਿਖਿਆ, ਪਰ ਉਹਨੂੰ ਜਿਹੜਾ ਕੰਮ ਉਹਨੇ ਰਿਸਰਚ ਕੀਤੀ ਅਮਰੀਕਾ ਵਿੱਚ ਜਾ ਕੇ, ਉੱਥੇ ਜਾ ਕੇ ਉਹਨੂੰ ਨੋਬਲ ਪ੍ਰਾਈਜ਼ ਮਿਲਿਆ। ਜੇ ਉਹ ਇੰਡੀਆ 'ਚ ਰਹਿੰਦਾ, ਉਹਨੂੰ ਨੋਬਲ ਪ੍ਰਾਈਜ਼ ਕਦੀ ਵੀ ਨਹੀਂ ਮਿਲਣਾ ਸੀਗਾ। ਹਰਗੋਬਿੰਦ ਖੁਰਾਨਾ ਅਗਰ ਇੰਡੀਆ 'ਚ ਰਹਿ ਜਾਂਦੇ, ਉਹਨੂੰ ਕਦੀ ਨੋਬਲ ਪ੍ਰਾਈਜ਼ ਨਹੀਂ ਮਿਲਣਾ ਸੀਗਾ। ਸੋ ਇਹ ਜਿਹੜੀ ਗੱਲਾਂ ਨੇ, ਉਹ ਜਿਹੜੇ ਇੰਟੈਲੀਜੈਂਟ ਬੰਦੇ ਨੇ, ਬੜੇ ਵਿਦਵਾਨ ਨੇ, ਦਿਮਾਗ ਬੜਾ ਤੇਜ਼ ਰੌਸ਼ਨ ਹੈ, ਉਹ ਕਹਿੰਦੇ ਨੇ ਵੀ ਇੱਥੇ ਇੰਡੀਆ ਵਿੱਚ ਸਾਡਾ ਕੋਈ ਭਵਿੱਖ ਨਹੀਂ ਹੈਗਾ, ਸਾਡੀ ਪੜ੍ਹਾਈ ਦੀ ਕੋਈ ਕਦਰ ਨਹੀਂ ਹੈਗੀ, ਇਹਦਾ ਕੋਈ ਮੁੱਲ ਨਹੀਂ ਹੈਗਾ। ਇਸ ਕਰਕੇ ਫਿਰ ਜਰਮਨ, ਆਸਟ੍ਰੇਲੀਆ, ਕੈਨੇਡਾ, ਅਮਰੀਕਾ ਜਾਂਦੇ ਨੇ ਵੀ ਉੱਥੇ ਜਾ ਕੇ ਸਾਡੀ ਜਿਹੜੀ ਪੜ੍ਹਾਈ ਹੈ ਉਹਨੂੰ ਕੋਈ ਮੁੱਲ ਪਏਗਾ। ਕਹਿੰਦੇ ਬ੍ਰੇਨ ਡਰੇਨ ਹੈਜ਼ ਨੈਗੇਟਿਵ ਇੰਪੈਕਟ। ਇੰਪੈਕਟ ਹੁੰਦਾ ਹੈ ਅਸਰ, ਨੈਗੇਟਿਵ ਹੁੰਦਾ ਹੈ ਮਾਰੂ ਜਾਂ ਢਾਊ ਅਸਰ। ਕਹਿੰਦੇ ਬ੍ਰੇਨ ਡਰੇਨ ਹੈਜ਼ ਨੈਗੇਟਿਵ ਇੰਪੈਕਟ ਔਨ ਦੀ ਇਕਨੋਮਿਕ ਪ੍ਰੋਸਪੈਕਟਸ। ਪ੍ਰੋਸਪੈਕਟਸ ਹੁੰਦਾ ਬੱਚਿਓ ਭਵਿੱਖ ਦੀ ਸੰਭਾਵਨਾ। ਇਕਨੋਮਿਕ ਪ੍ਰੋਸਪੈਕਟਸ ਬਣੇ ਵੀ ਤਰੱਕੀ ਦੀ ਸੰਭਾਵਨਾ। ਹੁਣ ਜਿਹੜੇ ਪੜ੍ਹੇ ਲਿਖੇ ਬੰਦੇ ਨੇ, ਅਗਰ ਇਹ ਕੁਝ ਕਰਨਗੇ ਫਿਰ ਕਮਾਈ ਲਿਆਉਣਗੇ ਤੇ ਦੇਸ਼ ਤਰੱਕੀ ਕਰੇਗਾ। ਉਹ ਕਹਿੰਦੇ ਪਰ ਜਿਹੜੇ ਇਹ ਬੰਦਾ ਪੜ੍ਹ ਲਿਖ ਕੇ ਬਾਹਰ ਚਲ ਜਾਂਦਾ ਹੈ, ਉਹ ਜਿਹੜਾ ਕਿਤੇ ਕੋਈ ਆਸ ਵੱਝੀ ਸੀਗੀ ਵੀ ਚਲੋ ਇਹ ਸਾਡੇ ਬੰਦੇ ਇੰਨੇ ਇੰਜੀਨੀਅਰ ਬਣੇ ਨੇ, ਇੰਨੇ ਡਾਕਟਰ ਬਣੇ ਨੇ, ਤੇ ਹੁਣ ਸਾਡੇ ਦੇਸ਼ 'ਚੋਂ ਜੌਂਡਿਸ ਦੇ ਕੇਸ ਘਟਣਗੇ, ਟੀਵੀ ਦੇ ਕੇਸ ਘਟਣਗੇ, ਡਾਕਟਰ ਇੰਨੇ ਹੋ ਗਏ ਨੇ, ਲੋਕੀ ਮਰਨਗੇ ਨਹੀਂ। ਜੱਚੇ ਬੱਚੇ ਵਿੱਚ ਜਿਹੜੇ ਸਾਡੇ ਦੇਸ਼ ਵਿੱਚ ਹਾਲੇ ਵੀ ਜਨਾਨੀਆਂ ਜਨਮ ਦੇਣ ਲੱਗੇ ਬੱਚਿਆਂ ਨੂੰ ਮਰ ਜਾਂਦੀਆਂ ਨੇ, ਨਵ ਜਨਮੇ ਬੱਚੇ ਮਰ ਜਾਂਦੇ ਨੇ, ਕਿਉਂਕਿ ਡਾਕਟਰੀ ਸਹੂਲਤਾਂ ਨਹੀਂ ਹੈਗੀਆਂ। ਸੋ ਉਹ ਵੀ ਸਾਡਾ ਇੱਕ ਦੇਸ਼ ਦਾ ਬੜਾ ਵੱਡਾ ਲਾਸ ਹੈਗਾ, ਠੀਕ ਹੈ ਨਾ। ਸੋ ਇਕਨੋਮਿਕ ਪ੍ਰੋਸਪੈਕਟਸ ਦਾ ਮਤਲਬ ਹੈ ਵੀ ਇੱਕ ਭਵਿੱਖ ਦੀ ਆਸ ਵੀ ਸਾਡਾ ਦੇਸ਼ ਆਰਥਿਕ ਪੱਖੋਂ ਤਰੱਕੀ ਕਰੇਗਾ। ਉਸ ਚੀਜ਼ ਦੇ ਉੱਤੇ ਜਿਹੜਾ ਬ੍ਰੇਨ ਡਰੇਨ ਹੈ, ਇਹ ਨੈਗੇਟਿਵ ਇੰਪੈਕਟ ਹੈ, ਇੱਕ ਮਾਰ ਮਾਰਦਾ ਹੈ ਵੀ ਉਹ ਜਿਹੜੀ ਇੱਕ ਆਸ ਵੱਜੀ ਹੁੰਦੀ ਵੀ ਤਰੱਕੀ ਹੋਏਗੀ, ਉਹਦਾ ਪੱਠਾ ਬਹਿ ਜਾਂਦਾ ਹੈ। ਐਂਡ ਦੂਜੀ ਗੱਲ, ਐਂਡ ਕੰਪੀਟੀਟਿਵਨੈਸ ਆਫ ਸੈਂਟਰ ਕੰਟਰੀਜ਼। ਸੈਂਟਰ ਮੈਨੇ ਭੇਜਣ ਵਾਲੇ ਦੇਸ਼ਾਂ ਦੇ ਉੱਤੇ ਉਹਨਾਂ ਦੀ ਕੰਪੀਟੀਟਿਵਨੈਸ ਘਟ ਜਾਂਦੀ ਹੈ। ਮੰਨ ਲਓ ਮੈਂ ਕੋਚ ਹੈਗਾ, ਮੰਨ ਲਓ ਮੈਂ ਕੁਝ ਬੰਦਿਆਂ ਨੂੰ ਟ੍ਰੇਨ ਕੀਤਾ, ਤੇ ਉਹ ਜਿਹੜੇ ਬੰਦਿਆਂ ਨੂੰ ਮੈਂ ਟ੍ਰੇਨ ਕੀਤਾ ਉਹ ਮੇਰੀ ਟੀਮ 'ਚੋਂ ਭੱਜ ਕੇ ਦੂਜੇ ਦੀ ਟੀਮ ਵਿੱਚ ਚਲੇ ਜਾਣ, ਉਹਨਾਂ ਨਾਲੋਂ ਖੇਡਣ, ਤੇ ਮੇਰੀ ਟੀਮ ਤੇ ਕਮਜ਼ੋਰ ਪੈ ਜਾਏਗੀ ਨਾ। ਸੋ ਕੰਪੀਟੀਟਿਵਨੈਸ ਦਾ ਮਤਲਬ ਹੈ ਜਿਹੜੇ ਦੇਸ਼ਾਂ 'ਚੋਂ ਬੰਦੇ ਭੱਜ ਕੇ ਜਾਂਦੇ ਨੇ, ਬਾਹਰ ਜਾ ਕੇ ਕੰਮ ਕਰਦੇ ਨੇ, ਉਹਨਾਂ ਦੇਸ਼ਾਂ ਵਾਸਤੇ ਗਲੋਬਲ ਸਟੇਜ ਤੇ, ਆਲਮੀ ਦੁਨੀਆ ਦੇ ਸਟੇਜ ਤੇ ਕੰਪੀਟੀਸ਼ਨ ਕਰਨ ਦੀ ਉਹਨਾਂ ਦੀ ਸਮਰੱਥਾ ਘਟ ਜਾਂਦੀ ਹੈ। ਹੁਣ ਸਾਰੇ ਡਾਕਟਰ ਬਾਹਰ ਚਲ ਜਾਣ, ਇੰਜੀਨੀਅਰ ਸਾਰੇ ਬਾਹਰ ਚਲ ਜਾਣ, ਤੇ ਇੰਡੀਆ ਵਿਚਾਰਾ ਜਿੱਲੇ ਹੁਣ ਕੋਈ ਇੰਟਰਨੈਸ਼ਨਲ ਕਾਨਫਰੰਸ ਹੋਏਗੀ ਜਾਂ ਇੰਟਰਨੈਸ਼ਨਲ ਕੋਈ ਸਟੇਜ ਤੇ ਕੋਈ ਗੱਲਬਾਤ ਹੋਏਗੀ,
ਤੇ ਉਹ ਬੰਦੇ ਭਾਵੇਂ ਹੋਣਗੇ ਇੰਡੀਆ ਤੋਂ ਗਏ ਹੋਏ, ਪਰ ਨੁਮਾਇੰਦਗੀ ਕਿਹਦੀ ਕਰਨਗੇ? ਉਹ ਨੁਮਾਇੰਦਗੀ ਕਰਨਗੇ ਅਮਰੀਕਾ ਦੀ, ਨੁਮਾਇੰਦਗੀ ਕਰਨਗੇ ਜਰਮਨ ਦੀ। ਸੋ ਕੰਪੀਟੀਟਿਵਨੈਸ ਜਿਹੜੀ ਹੈ ਉਸ ਦੇਸ਼ ਦੀ ਘਟ ਜਾਂਦੀ ਹੈ, ਜਿਨ੍ਹਾਂ ਚੋਂ ਇੱਕ ਤੇ ਇਕਨੋਮਿਕ ਪ੍ਰੋਸਪੈਕਟ ਦਾ ਨੁਕਸਾਨ ਹੁੰਦਾ ਹੈ, ਦੂਜਾ ਕੰਪੀਟੀਟਿਵਨੈਸ ਵੀ ਸੈਂਡਰ ਭੇਜਣ ਵਾਲੇ ਕੰਟਰੀ ਦੀ ਘਟ ਜਾਂਦੀ ਹੈ। ਤੇ ਅਗਲੀ ਗੱਲ ਕੀ ਹੈ? ਇਟ ਰਿਡਿਊਸਿਸ ਦੀ ਨੰਬਰ ਆਫ ਡਾਇਨੇਮਿਕ ਹੁੰਦਾ ਹੈ ਜੋਸ਼ ਭਰੇ, ਉਦਮੀ ਕੰਮ ਕਰਨ ਵਾਲੇ, ਐਂਡ ਕ੍ਰੀਏਟਿਵ ਮੈਨੇ ਸਿਰਜਣਾਤਮਕ। ਜਿਨ੍ਹਾਂ ਬੰਦਿਆਂ ਤੋਂ ਕੋਈ ਉਦਮ ਦੀ, ਕੋਈ ਸਿਰਜਣਾ ਸ਼ਕਤੀ ਦੀ ਕੋਈ ਆਸ ਸੀਗੀ, ਉਹਨਾਂ ਦੀ ਗਿਣਤੀ ਘਟ ਜਾਂਦੀ ਹੈ। ਇਟ ਰਿਡਿਊਸਿਸ ਦੀ ਨੰਬਰ ਆਫ ਡਾਇਨੇਮਿਕ ਐਂਡ ਕ੍ਰੀਏਟਿਵ ਪੀਪਲ ਹੂ ਕੈਨ ਕੰਟਰੀਬਿਊਟ ਯੋਗਦਾਨ ਪਾਣਾ ਟੂ ਦੀ ਡਿਵੈਲਪਮੈਂਟ ਤਰੱਕੀ ਆਫ ਦੇਅਰ ਕੰਟਰੀ। ਉਹ ਲੋਕ ਜਿਹੜੇ ਕਿ ਦੇਸ਼ ਦੀ ਤਰੱਕੀ ਵਿੱਚ ਕੁਝ ਯੋਗਦਾਨ ਪਾ ਸਕਦੇ ਹਨ, ਉਹਨਾਂ ਦੀ ਫਿਰ ਗਿਣਤੀ ਘਟ ਜਾਂਦੀ ਹੈ। ਲਾਈਕਵਾਈਜ਼ ਕਹਿੰਦੇ ਉਸੇ ਤਰ੍ਹਾਂ ਵਿਦ ਮੋਰ ਐਂਟਰਪ੍ਰੈਨਿਓਰਸ ਟੇਕਿੰਗ ਦੇਅਰ ਇਨਵੈਸਟਮੈਂਟਸ ਅਬਰੋਡ। ਹੁਣ ਬੜੇ ਸਾਰੇ ਬੰਦੇ ਐਸੇ ਨੇ ਜਿਹੜੇ ਕਹਿੰਦੇ ਯਾਰ ਇੱਥੇ ਤੇ ਯਾਰ ਬਿਜ਼ਨਸ ਕਰਨਾ ਬੜਾ ਔਖਾ ਹੈ, ਉਹਨਾਂ ਕੋਲ ਪੈਸਾ ਬੜਾ ਹੈ। ਐਂਟਰਪ੍ਰੈਨਿਓਰ ਮਤਲਬ ਕਿ ਜਿਹਦੇ ਕੋਲ ਪੈਸਾ ਹੈ ਤੇ ਕੋਈ ਫੈਕਟਰੀ ਲਾਣਾ ਚਾਹੁੰਦਾ ਹੈ, ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ, ਤੇ ਇੱਥੇ ਇੰਸਪੈਕਟਰ ਤੰਗ ਕਰਨ ਲੱਗ ਜਾਂਦੇ ਨੇ, ਪੁਲਿਸ ਤੰਗ ਕਰਨ ਲੱਗ ਜਾਂਦੀ ਹੈ, ਇਨਕਮ ਟੈਕਸ ਵਾਲੇ ਵੱਡੀਆਂ ਲੈਣ ਸ਼ੁਰੂ ਕਰ ਦਿੰਦੇ ਨੇ, ਸੇਲ ਟੈਕਸ ਵਾਲੇ ਤੰਗ ਕਰਨ ਲੱਗ ਜਾਂਦੇ ਨੇ। ਉਹ ਕੀ ਕਰਦੇ ਨੇ? ਟੇਕਿੰਗ ਦੇਅਰ ਇਨਵੈਸਟਮੈਂਟਸ ਅਬਰੋਡ। ਉਹ ਕਹਿੰਦੇ ਛੱਡੋ ਯਾਰ, ਇੱਥੇ ਇੰਡੀਆ 'ਚ ਤੇ ਸਿਆਪਾ ਹੀ ਬੜਾ ਹੈ, ਇੱਥੇ ਕੰਮ ਕੀ ਕਰਨਾ, ਅਸੀਂ ਬਾਹਰ ਜਾ ਕੇ ਕੰਮ ਕਰਦੇ ਹਾਂ, ਉੱਥੇ ਸਾਨੂੰ ਜੀ ਆਇਆਂ ਕਹਿਣਗੇ ਤੇ ਸਾਨੂੰ ਸਾਰੀ ਸਹੂਲਤਾਂ ਵੀ ਦੇਣਗੇ। ਸੋ ਬੜੇ ਸਾਰੇ ਬੰਦੇ ਬੱਚਿਓ, ਤੁਸੀਂ ਅਖਬਾਰਾਂ 'ਚ ਪੜ੍ਹੋ, ਪਿਛਲੇ ਕਈ ਸਾਲਾਂ ਵਿੱਚ ਲੱਖਾਂਪਤੀ ਕਰੋੜਾਂਪਤੀ ਬੰਦੇ ਇੱਥੋਂ ਦੀ ਧਨ ਸਬਾਬ ਲੈ ਕੇ ਬਾਹਰ ਚਲੇ ਗਏ ਨੇ, ਲੀਗਲੀ ਕਾਨੂੰਨੀ ਤੌਰ ਤੇ। ਮੈਂ ਕਾਲੇ ਧਨ ਦੀ ਗੱਲ ਨਹੀਂ ਕਰ ਰਿਹਾ, ਜਿਹੜੇ ਪ੍ਰੋਪਰ ਢੰਗ ਨਾਲ ਗਏ ਨੇ ਤੇ ਉੱਥੇ ਜਾ ਕੇ ਉਹਨਾਂ ਨੇ ਕੰਮ ਬਾਹਰਲੇ ਦੇਸ਼ਾਂ 'ਚ ਸ਼ੁਰੂ ਕਰ ਦਿੱਤਾ ਹੈ। ਤੇ ਨੌਕਰੀ ਵੀ ਕਿਹਨੂੰ ਮਿਲੇਗੀ? ਜਿਹੜੇ ਲੋਕ ਉੱਥੇ ਕੰਮ ਕਰਦੇ ਨੇ ਫੈਕਟਰੀਆਂ, ਉਹਨਾਂ ਨੂੰ ਨੌਕਰੀ ਮਿਲੇਗੀ, ਹੈ ਨਾ। ਸੋ ਲਾਈਕਵਾਈਜ਼ ਵਿਦ ਮੋਰ ਐਂਟਰਪ੍ਰੈਨਿਓਰਸ ਟੇਕਿੰਗ ਦੇਅਰ ਇਨਵੈਸਟਮੈਂਟਸ ਹੁੰਦਾ ਹੈ ਜਿਹੜਾ ਪੈਸਾ ਲਾਇਆ ਜਾਂਦਾ ਹੈ ਅਬਰੋਡ, ਬਾਹਰ। ਡਿਵੈਲਪਿੰਗ ਕੰਟਰੀਜ਼ ਆਰ ਮਿਸਿੰਗ ਅਪੋਰਚੁਨਿਟੀ ਆਫ ਵੈਲਥ ਕ੍ਰੀਏਸ਼ਨ। ਜਿਹੜੇ ਵਿਕਾਸਸ਼ੀਲ ਦੇਸ਼ ਨੇ, ਵਿਕਾਸ ਕਰਦੇ ਦੇਸ਼ ਨੇ, ਉਹ ਵੈਲਥ ਕ੍ਰੀਏਸ਼ਨ ਮਾਨੇ ਉਹ ਜਿਹੜੀ ਆਰਥਿਕ ਤਰੱਕੀ ਹੈ ਉਹਦੇ ਮੌਕੇ ਹੱਥੋਂ ਦੀ ਗਵਾਈ ਜਾ ਰਹੇ ਨੇ। ਸੋ ਬ੍ਰੇਨ ਡਰੇਨ ਦੀ ਬੱਚੇ ਦੋਹਰੀ ਮਾਰ ਇਸ ਤਰ੍ਹਾਂ ਪੈ ਰਹੀ ਹੈ। ਇਹ ਬੜਾ ਵਧੀਆ ਪੈਰਾਗ੍ਰਾਫ ਸੀ, ਜਨਰਲ ਨੌਲੇਜ ਵਧਾਉਣ ਵਾਲਾ ਸੀਗਾ, ਇਕਨੋਮਿਕਸ ਨਾਲ ਜੁੜਿਆ ਸੀਗਾ। ਆਓ ਹੁਣ ਅਸੀਂ ਇਹਦੇ ਕਰੀਏ ਕੁਐਸਚਨਸ ਆਨਸਰਸ। The term brain drain is also referred to as human capital flight। मैं बड़े ਤੁਹਾਨੂੰ डिटेल समझा ਦਿੱਤਾ है। ह्यूमन मैंने मनुखी, कैपिटल मैंने सरमाया, ਤੇ ਫਲਾਈਟ मैंने ਉਡਾਰੀ। ਮਨੁੱਖੀ ਸਰਮਾਏ ਦੀ ਉਡਾਰੀ, ਕਿਉਂਕਿ ਮਨੁੱਖ ਦੇ ਅੰਦਰ ਦਿਮਾਗ ਵੀ ਫਿਰ ਨਾਲ ਹੀ ਜਾਂਦਾ ਨਾ। ਸੋ ਬ੍ਰੇਨ ਡਰੇਨ हैज़ terrible consequences। terrible मैंने डराने, consequences मैंने सिट्टे, नतीजे, on the economic development of sending countries। ਜਿਹੜੇ ਕੰਟਰੀ ਭੇਜਦੇ ਨੇ ਉਹਨਾਂ ਦੀ ਜਿਹੜੀ ਆਰਥਿਕ ਤਰੱਕੀ ਹੈ ਉਹ 'ਤੇ ਬੜਾ ਮਾੜਾ ਮਾਰੂ ਅਸਰ ਪੈਂਦਾ ਹੈ। ਸੋ ਸੈਂਡਿੰਗ ਕੰਟਰੀਜ਼। ਵਟ ਡੂ ਯੂ ਮੀਨ ਬਾਈ ਦੀ ਟਰਮ ਬ੍ਰੇਨ ਡਰੇਨ? ਬ੍ਰੇਨ ਡਰੇਨ ਦੀ ਜਿਹੜੀ ਇਹ ਟਰਮ ਹੈ, ਇਹ ਜਿਹੜਾ ਸ਼ਬਦ ਜੋੜ ਹੈ, ਇਹ ਤੋਂ ਤੁਸੀਂ ਕੀ ਸਮਝਦੇ ਹੋ, ਇਹਦਾ ਕੀ ਮਤਲਬ ਹੈ? ਸੋ ਦੇਖਦੇ ਨੇ ਜਿੱਦਾਂ ਉਹਨਾਂ ਨੇ ਸਮਝਾਇਆ ਸਾਨੂੰ ਪੈਰਾਗ੍ਰਾਫ ਵਿੱਚ, ਅਸੀਂ ਉਹੀ ਗੱਲ ਨੂੰ ਥੋੜਾ ਰੀਅਰੇਂਜ ਕਰਕੇ ਲਿਖ ਦੇਣਾ। ਦੀ ਟਰਮ ਬ੍ਰੇਨ ਡਰੇਨ ਮੀਨਸ ਦੀ ਐਕਸ਼ਨ ਆਫ highly skilled and educated people leaving their country to work abroad। It is also known as human capital flight। बस इतना आंसर हो गया। फिर आगे बच्चों, enumerate the push factors that lead to brain drain। enumerate बनता है बच्चों एक एक करके, गिनती करके, ਵੱਖ-ਵੱਖ करके push factors ਧੱਕਣ ਵਾਲੇ ਜਿਹੜੇ ਕਾਰਨ ਨੇ ਜਿਨ੍ਹਾਂ ਦੇ ਨਾਲ brain drain ਹੁੰਦਾ ਹੈ, ਉਹਨਾਂ ਦੀ ਸੂਚੀ ਬਣਾਓ, ਉਹਨਾਂ ਨੂੰ ਇੱਕ ਇੱਕ ਕਰਕੇ ਦੱਸੋ। ਸੋ ਚਾਰ ਨੇ ਉਹ। ਦੀ ਪੁਸ਼ ਫੈਕਟਰਸ ਦੈਟ ਲੀਡ ਟੂ ਬ੍ਰੇਨ ਡਰੇਨ ਆਰ ਲੋ ਵੇਜਿਸ, ਘੱਟ ਤਨਖਾਹਾਂ, ਅਨਸੈਟਿਸਫੈਕਟਰੀ, ਜਿਹਨੂੰ ਅਸੀਂ ਕਹਿੰਦੇ ਲੈਕ ਆਫ ਸੈਟਿਸਫੈਕਟਰੀ, ਅਰਥਾਤ ਅਨਸੈਟਿਸਫੈਕਟਰੀ ਵਰਕਿੰਗ ਐਂਡ ਲਿਵਿੰਗ ਕੰਡੀਸ਼ਨਸ, ਰਹਿਣ ਦੀਆਂ ਅਤੇ ਕੰਮ ਕਰਨ ਦੀਆਂ ਜਿਹੜੀਆਂ ਹਾਲਾਤ ਨੇ ਉਹ ਬੜੇ ਉਹ ਤਸੱਲੀ ਬਖਸ਼ ਨਹੀਂ ਹੈਗੇ। ਸੋਸ਼ਲ ਅਨਰੈਸਟ, ਸਮਾਜਿਕ ਖਿੱਚੋਤਾਣ, ਸਮਾਜਿਕ ਤਣਾਅ। ਫਿਰ ਪੋਲੀਟੀਕਲ ਕੌਨਫਲਿਕਟਸ ਐਂਡ ਵਾਰਸ, ਅਰਥਾਤ ਸਿਆਸੀ ਝਗੜੇ ਅਤੇ ਜੰਗਾਂ। ਇਹ ਕਾਰਨ ਨੇ ਪੁਸ਼ ਫੈਕਟਰ ਜਿਹੜੇ ਬੰਦਿਆਂ ਨੂੰ ਆਪਣੇ ਦੇਸ਼ ਤੋਂ ਬਾਹਰ ਧੱਕਦੇ ਨੇ। ਫਿਰ ਆ ਗਿਆ ਆਖਰੀ, ਫਿਲ ਇਨ ਦੀ ਬਲੈਂਕ ਵਿਦ ਅ ਸੁਟੇਬਲ ਵਰਡ ਫਰੋਮ ਦੀ ਪੈਸੇਜ। ਐਵਰੀ ਸਿਟੀਜ਼ਨ ਮਸਟ ਵਰਕ ਫॉर, ਉੱਥੇ ਲਿਖਿਆ ਬੱਚਿਓ ਮਸਟ ਕੰਟਰੀਬਿਊਟ, ਪਰ ਜੇ ਕੰਟਰੀਬਿਊਟ ਹੁੰਦਾ ਨਾ ਇੱਥੇ, ਜੇ ਇੱਥੇ ਟੂ ਹੁੰਦਾ, ਟੂ, ਐਵਰੀ ਸਿਟੀਜ਼ਨ ਮਸਟ ਟੂ ਆਉਂਦਾ, ਫਿਰ ਆਣਾ ਦੀ ਕੰਟਰੀਬਿਊਟ। ਉੱਥੇ ਸੈਂਟੈਂਸ 'ਚ ਧਿਆਨ ਨਾਲ ਪੜੋ, ਉੱਥੇ ਹੈਗਾ ਕੰਟਰੀਬਿਊਟ ਟੂ ਦੀ ਡਿਵੈਲਪਮੈਂਟ। ਜੇ ਇੱਥੇ ਟੂ ਹੁੰਦਾ ਫॉर ਦੀ ਜਗ੍ਹਾ, ਇਹ ਪ੍ਰੈਪੋਜੀਸ਼ਨ ਦੇ ਨਾਲ ਧਿਆਨ ਰੱਖਣਾ ਹੈ। ਜੇ ਇੱਥੇ ਟੂ ਹੁੰਦਾ ਫਿਰ ਮੈਂ ਲਿਖਣਾ ਸੀ ਕੰਟਰੀਬਿਊਟ, ਪਰ ਇੱਥੇ ਫॉर ਹੈਗਾ, ਪਰ ਕੰਟਰੀਬਿਊਟ ਤੇ ਵਰਕ ਇੱਕੋ ਗੱਲ ਹੈ। ਐਵਰੀ ਸਿਟੀਜ਼ਨ ਮਸਟ ਵਰਕ ਫॉर ਦੀ ਡਿਵੈਲਪਮੈਂਟ ਆਫ ਦੀ ਨੇਸ਼ਨ ਹੋਲ ਹਾਰਟਿਡਲੀ।
ਹਾਰਟ ਮੈਨੇ ਦਿਲ, ਹਾਰਟedly ਹੋਲ ਹਾਰਟedly ਮੈਨੇ ਪੂਰੇ ਦਿਲ ਦੇ ਨਾਲ, ਰੂਹ ਦੇ ਨਾਲ। ਅਰਥਾਤ ਐਵਰੀ ਸਿਟੀਜ਼ਨ ਮੈਨੇ ਹਰ ਇੱਕ ਸ਼ਹਿਰੀ ਨੂੰ ਮਸਟ ਵਰਕ ਕਰਨਾ ਚਾਹੀਦਾ ਹੈ ਜ਼ਰੂਰ ਡਿਵੈਲਪਮੈਂਟ ਤਰੱਕੀ ਲਈ ਨੇਸ਼ਨ ਹੋਲ ਹਾਰਟedly, ਅਰਥਾਤ ਹਰ ਇੱਕ ਸ਼ਹਿਰੀ ਨੂੰ ਆਪਣੇ ਦੇਸ਼ ਦੀ ਤਰੱਕੀ ਲਈ ਪੂਰੇ ਤਨ ਮਨ ਧਨ ਦੇ ਨਾਲ, ਤਨ ਮਨ ਦੇ ਨਾਲ, ਪੂਰੀ ਰੂਹ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਸੋ ਇੱਥੇ ਵਰਕ ਦੇ ਨਾਲ ਫॉर ਆਉਂਦਾ ਹੈ, ਕੰਟਰੀਬਿਊਟ ਦੇ ਨਾਲ ਟੂ ਆਉਂਦਾ ਹੈ, ਠੀਕ ਹੈ। ਫਿਰ ਕਹਿੰਦੇ ਮੈਚ ਦਾ ਵਰਡਸ ਅੰਡਰ ਕਾਲਮ A ਵਿਦ देयर मीनिंग ਅੰਡਰ B। ਸੋ ਕਨਫਲਿਕਟਸ ਰਿਡਿਊਸ ਹੈਗੇ ਨੇ। ਸੋ ਕਨਫਲਿਕਟਸ ਦਾ ਮਤਲਬ ਡਿਸਪਿਊਟਸ, ਝਗੜੇ। ਕਨਫਲਿਕਟਸ ਦਾ ਮਤਲਬ ਹੈ ਡਿਸਪਿਊਟਸ ਤੇ ਰਿਡਿਊਸ ਦਾ ਮਤਲਬ ਹੈ ਘਟਾਣਾ। ਸੋ ਰਿਡਿਊਸ ਇਜ਼ ਇਕੁਅਲ ਟੂ ਡਿਕਰੀਜ਼। ਸੋ ਇਨਕਰੀਜ਼ ਜਿਹੜਾ ਸੀ ਐਕਸਟਰਾ ਸੀ, ਇਹਦਾ ਕੋਈ ਮੈਚਿੰਗ ਨਹੀਂ ਹੈਗਾ, ਠੀਕ ਹੈ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡਾ ਪੈਰਾਗ੍ਰਾਫ ਨੰਬਰ ਸ਼ਾਇਦ 6, ਮੈਨੂੰ ਯਾਦ ਨਹੀਂ ਕਿਹੜਾ ਕੀਤਾ, 6 ਸੀ ਸ਼ਾਇਦ, 6 ਜਾਂ 7। ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।